ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ। ਸੋ ਸਤਿਗੁਰਾਂ ਨੇ ਸਾਡੇ ਉੱਤੇ ਅਪਾਰ ਕਿਰਪਾ ਕੀਤੀ। ਸਤ ਸੰਗਤ ਦੇ ਵਿੱਚ ਆਉਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਪਣੀ ਕਿਰਪਾ ਕਰਦੇ ਨੇ ਉਦੋਂ ਹੀ ਮਨੁੱਖ ਸਤ ਸੰਗਤ ਵਿੱਚ ਆਉਂਦਾ ਹੈ, ਤੇ ਜਦੋਂ ਕਿਰਪਾ ਕਰਦੇ ਨੇ ਤੇ ਉਦੋਂ ਹੀ ਮਨੁੱਖ ਨਾਮ ਜਪਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ ਕਿ ਸਤ ਸੰਗਤ ਵਿੱਚ ਆਉਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਹੁਣ ਮਹਾਰਾਜ ਸਾਨੂੰ ਸਮਝਾਉਂਦੇ ਕਿ ਤੁਸੀਂ ਸੁੱਖ ਆਪਦੇ ਘਰ ਵਿੱਚ ਬੈਠ ਕੇ ਲਵੋ। ਮਹਾਰਾਜ ਸਮਝਾਉਂਦੇ, ਮਹਾਰਾਜ ਫਰਮਾਉਂਦੇ, ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਹੁਣ ਘਰ ਸਾਡਾ ਕਿਹੜਾ ਹੈ? ਜਿਹੜਾ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਮਨ ਨੂੰ ਘਰ ਬਣਾ ਕੇ ਦਿੱਤਾ ਹੈ। ਉਸ ਘਰ ਦੇ ਵਿੱਚ ਸਾਡੇ ਲਗਾਤਾਰ ਹੀ ਸੁੱਖ ਹੀ ਸੁੱਖ ਹੈ। ਜੋ ਸੰਸਾਰ ਦਾ ਘਰ ਹੈ ਇਹਦੇ ਵਿੱਚ ਸੁੱਖ ਨਹੀਂ। ਜੋ ਸੰਸਾਰ ਦਾ ਕਿਰਿਆ ਕਰਮ ਹੈ ਇਹਦੇ ਵਿੱਚ ਸੁੱਖ ਨਹੀਂ। ਮਹਾਰਾਜ ਸਮਝਾਉਂਦੇ, ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਹੁਣ ਜੇ ਤੁਸੀਂ ਆਪਦੇ ਘਰ ਦੇ ਵਿੱਚ ਜਾਂਦੇ ਹੋ, ਘਰ ਦੇ ਵਿੱਚ ਆਉਣਾ ਜਾਣਾ ਬਣਾ ਲਿਆ, ਜਿਹੜਾ ਘਰ ਸਾਡੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਣਾ ਕੇ ਦਿੱਤਾ ਹੈ ਨਿਜ ਘਰ, ਉੱਥੇ ਜੇ ਤੁਹਾਡਾ ਮਨ ਆਉਣਾ ਜਾਣਾ ਕਰਦਾ ਹੈ ਤੇ ਉੱਥੇ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹ ਘਰ ਸਾਡਾ ਸਦਾ ਵਾਸਤੇ ਹੈ। ਜੋ ਸੰਸਾਰ ਦਾ ਘਰ ਹੈ ਇਹ ਇੱਕ ਮਿਥਿਆ ਹੋਇਆ ਘਰ ਹੈ। ਹੁਣ ਜਦੋਂ ਅਸੀਂ ਸਿਮਰਨ ਦੇ ਦੁਆਰਾ ਸਿਮਰਨ ਕਰਕੇ ਘਰ ਨੂੰ ਜੋ ਜਾਣ ਦਾ ਰਸਤਾ ਹੈ ਉਸ ਰਸਤੇ ਉੱਪਰ ਆਪਾਂ ਚੱਲਦੇ ਹਾਂ। ਜਦੋਂ ਅਸੀਂ ਆਪਦੇ ਘਰ ਦੇ ਵਿੱਚ ਪਹੁੰਚਦੇ ਹਾਂ
ਤੇ ਉੱਥੇ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ। ਜਦੋਂ ਘਰ ਦੇ ਵਿੱਚੋਂ ਮਨ ਸਾਡਾ ਫਿਰ ਇਸ ਸੰਸਾਰ ਦੇ ਵਿੱਚ ਆਉਂਦਾ, ਇੱਥੇ ਜੇ ਸਾਨੂੰ ਜੁਗਤ ਨਹੀਂ ਹੈਗੀ, ਇੱਥੇ ਆ ਕੇ ਫਿਰ ਦੁਖੀ ਹੁੰਦਾ ਹੈ। ਕਿਉਂਕਿ ਜੋ ਸੰਸਾਰ ਹੈ ਇਸ ਨੂੰ ਭਵ ਸਾਗਰ ਕਿਹਾ ਗਿਆ ਹੈ। ਇਹਦੇ ਵਿੱਚ ਕੋਈ ਸੁਖੀ ਨਹੀਂ ਹੈ। ਇਹਦੇ ਵਿੱਚ ਸੁੱਖ ਤੁਸੀਂ ਤਾਂ ਲੈ ਸਕਦੇ ਹੋ ਜੇ ਤੁਸੀਂ ਗੁਰਮੰਤਰ ਦਾ ਅਭਿਆਸ ਕਰਦੇ ਹੋਏ ਇਸ ਸੰਸਾਰ ਦੇ ਵਿੱਚ ਵਿਚਰਦੇ ਹੋ। ਮਹਾਰਾਜ ਸਮਝਾਉਂਦੇ, ਕਹਿੰਦੇ ਘਰ ਸੁਖ ਬਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਹੁਣ ਜਦੋਂ ਅਸੀਂ ਆਪਦੇ ਘਰ ਦੇ ਵਿੱਚ ਚਲੇ ਜਾਂਦੇ, ਨਿਜ ਘਰ ਦੇ ਵਿੱਚ ਸਿਮਰਨ ਕਰਕੇ ਸ਼ਬਦ ਨੂੰ ਆਪਾਂ ਸ਼ਬਦ ਦਾ ਆਸਰਾ ਲੈ ਕੇ, ਨਾਮ ਦਾ ਆਸਰਾ ਲੈ ਕੇ, ਜੋ ਸਾਡਾ ਮਨ ਹੈ ਇਸ ਭਵ ਸਾਗਰ ਤੋਂ ਉੱਪਰ ਟੱਪ ਕੇ ਆਪਦੇ ਘਰ ਵਿੱਚ ਚਲੇ ਜਾਂਦਾ ਹੈ। ਉੱਥੇ ਫਿਰ ਇਹਨੂੰ ਸਦਾ ਵਾਸਤੇ ਆਨੰਦ ਹੈ। ਉੱਥੇ ਫਿਰ ਇਹਦੀ ਖੁਰਾਕ ਰੱਖੀ ਗਈ ਹੈ ਅੰਮ੍ਰਿਤ ਰਸ, ਜਿਹਨੂੰ ਮਹਾਰਾਜ ਸਮਝਾਉਂਦੇ, ਕਹਿੰਦੇ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਏ ਭਲਿਹਾਰੀ। ਉਹ ਕੁੰਡ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਅੰਦਰ ਭਰ ਕੇ ਰੱਖਿਆ ਹੋਇਆ, ਸਾਡੇ ਘਰ ਦੇ ਵਿੱਚ। ਹੁਣ ਜਿਸ ਤਰ੍ਹਾਂ ਦਰਿਆਵੀ ਤੌਰ ਤੇ ਘਰ ਹੈ ਤੇ ਹਰ ਘਰਾਂ ਦੇ ਵਿੱਚ ਕਿਚਨ ਬਣੇ ਹੋਏ ਨੇ, ਰਸੋਈਆਂ ਬਣੀਆਂ ਹੋਈਆਂ ਨੇ, ਉਹਦੇ ਵਿੱਚ ਸਾਡੇ ਮਾਤਾ ਪਿਤਾ ਜੋ ਵੀ ਸਾਨੂੰ ਚੀਜ਼ ਦੀ ਲੋੜ ਪੈਂਦੀ ਹੈ ਸਾਨੂੰ ਸਮੇਂ ਦੇ ਮੁਤਾਬਕ ਲਿਆ ਕੇ ਦਿੰਦੇ ਨੇ। ਤੇ ਸਾਡੇ ਘਰ ਦੇ ਵਿੱਚ ਹਰ ਇੱਕ ਚੀਜ਼ ਹੁੰਦੀ ਹੈ, ਜਿਹੜੀ ਚੀਜ਼ ਦੀ ਸਾਨੂੰ ਲੋੜ ਹੁੰਦੀ ਮਾਤਾ ਪਿਤਾ ਸਾਡੀ ਪੂਰੀ ਕਰਦੇ ਆ। ਤੇ ਜਿਹੜਾ ਸਾਡਾ ਘਰ ਹੁੰਦਾ ਹੈ ਉਹਦੇ ਵਿੱਚ ਸਾਨੂੰ ਸਾਰਾ ਵਸਤਰ, ਸਾਰਾ ਸਮਾਨ ਮਿਲਦਾ ਹੈ, ਕਿਉਂਕਿ ਸਾਡੇ ਮਾਤਾ ਪਿਤਾ ਸਾਨੂੰ ਲਿਆ ਕੇ ਦਿੰਦੇ ਆ। ਹੁਣ ਇਸੇ ਤਰ੍ਹਾਂ ਜੋ ਸਾਡਾ ਮਨ ਹੈ, ਜਿਹੜਾ ਇਹਦਾ ਮਾਤਾ ਪਿਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ। ਜਦੋਂ ਮਨ ਸਾਡਾ ਇਸ ਸੰਸਾਰ ਦੇ, ਜੋ ਸੰਸਾਰ ਦੇ ਵਿੱਚ ਸਾਡੇ ਅੱਗੇ ਵਿਚਾਰਾਂ ਦੀ ਕੂੜ ਦੀ ਪਾਲ ਹੈ, ਇਹਨੂੰ ਤੋੜ ਕੇ ਸਾਡਾ ਮਨ ਆਪਦੇ ਘਰ ਚਲੇ ਜਾਂਦਾ, ਸ਼ਬਦ ਗੁਰੂ ਦਾ ਆਸਰਾ ਲੈ ਕੇ। ਉੱਥੇ ਫਿਰ ਜੋ ਸਾਡੇ ਅਕਾਲ ਪੁਰਖ ਪਿਤਾ ਵਾਹਿਗੁਰੂ ਜੀ ਹੈ, ਉਹਨਾਂ ਨੇ ਸਾਡੇ ਵਾਸਤੇ ਸਾਰੀ ਵਸਤ ਸਾਡੇ ਘਰ ਦੇ ਵਿੱਚ ਰੱਖੀ ਹੋਈ ਹੈ। ਸਾਡੀਆਂ ਸਾਰੀਆਂ ਸੁੱਖ ਸਹੂਲਤਾਂ ਸਾਡੇ ਘਰ ਦੇ ਵਿੱਚ ਰੱਖੀਆਂ ਹੋਈਆਂ, ਪਰ ਅਸੀਂ ਬੜੇ ਜੁਗਾ ਜਗੰਤਰਾਂ ਤੋਂ ਆਪਦੇ ਘਰ ਦਾ ਰਸਤਾ ਭੁੱਲ ਗਏ, ਕਿਉਂਕਿ ਭੁਲਾਉਣ ਵਾਲੇ ਵੀ ਸਾਡੇ ਅੰਦਰ ਹੀ ਬੈਠੇ ਨੇ। ਇਹ ਪੰਜ ਮਹਾਬਲੀ, ਜਿਨ੍ਹਾਂ ਨੂੰ ਮਹਾਰਾਜ ਨੇ ਪੰਜਾਂ ਦਾ ਨਾਮ ਦੱਸ ਦਿੱਤਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਨੇ ਸਾਡੇ ਘਰ ਦਾ ਐਸਾ ਰਸਤਾ ਭੁਲਾਇਆ ਕਿ ਸਾਨੂੰ ਘਰ ਵਾਲੇ ਪਾਸੇ ਨੂੰ ਜਾਣ ਦੀ ਸੋਝੀ ਨਹੀਂ ਬਖਸ਼ਿਸ਼ ਕੀਤੀ। ਸੰਸਾਰ ਦੇ ਵਿੱਚ ਸਾਡਾ ਧਿਆਨ ਲਵਾ ਕੇ ਸੰਸਾਰ ਦੀ ਲੋਕ ਲੱਜਾ ਦੇ ਵਿੱਚ ਸਾਨੂੰ ਫਸਾ ਦਿੱਤਾ। ਹੁਣ ਜਦੋਂ ਸਾਡਾ ਮਨ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਸਤ ਸੰਗਤ ਬਖਸ਼ਿਸ਼ ਕਰਦੇ ਨੇ, ਸਤ ਸੰਗਤ ਦੇ ਵਿੱਚ ਆਣ ਕੇ ਜਿਹੜਾ ਸਾਡਾ ਮਨ ਹੈ ਇਹ ਫਿਰ ਸਿਮਰਨ ਕਰਦਾ ਹੈ, ਗਿਆਨ ਲੈਂਦਾ ਹੈ। ਜਦੋਂ ਫਿਰ ਗਿਆਨ ਦੇ ਨਾਲ ਇਹ ਮਨ ਜਾਗਦਾ ਹੈ, ਫਿਰ ਇਸ ਮਨ ਨੂੰ ਆਪਦੇ ਘਰ ਦਾ ਪਤਾ ਲੱਗਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ, ਸਤਿਗੁਰੂ ਜੀ ਫਰਮਾਉਂਦੇ ਨੇ, ਕਹਿੰਦੇ ਸਿਮਰ 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 ਗੁਰ ਆਪਣਾ,
सोया मन जगाई। जदों इनू अपने घर का पता लगता है, फिर ये जदों आपदे घर जाता है, उत्थे इनू सुख प्राप्त होता है। साडे घर दे विच लगातार मालिक सच्चे पातशाह जी ने घर दे विच साडे हर एक सहूलत रखी हुई है, ते साडे घर दे विच लगातार अनहद बाजे बज रहे हैं। जिस तरह आपां देखते हैं, आम आपां घरां दे विच पाठ भी कराउने आ, शामां नूं बाणी भी पढ़ते हैं, शब्द कीर्तन भी सुनते हैं। इसे तरह इदां ही साडे घर दे विच साडे जो पिता अकाल पुरख वाहिगुरू, उस घर दे विच लगातार साडा मन उत्थे जाके अदास ना होवे, लगातार उत्थे अनहद बाजे बजदे ने। जिन्हों महाराज समझाउंदे, महाराज फरमाउंदे, 9 दरवाजे 10वां मुक्ता। क्योंकि साडे शरीर के 9 दरवाजे ने, जिहड़ा 10वां है उत्थे जदों मनुख मन पहुँच जाता है, मुक्त हो जाता है। महाराज समझाउंदे, कहंदे 9 दरवाजे 10वां मुक्ता अनहद शब्द वजा बनिया। उत्थे लगातार अनहद बाजे बजदे ने। जदों साडा मन आपदे घर दे विच बहिंदा है, उत्थे फिर लगातार अनहद बाजे जिहड़े बजदे ने उन्हां नूं सुणदा है, ते उत्थे फिर अपनी सुणदा सुणदा ਉਹਦੇ ਵਿੱਚੋਂ ਸਾਨੂੰ रस आउंदा है, उसनूं कहंदे ने अमृत रस। ਉੱਥੋਂ ही सानू फिर नाम रस आउंदा है। ਜਦੋਂ ਸਾਡਾ मन उत्थे बैठेगा, ਉਦੋਂ ही साडे मन नूं सच्चे पिता अकाल पुरख वाहिगुरू जी ने ਜਿਹੜੀ साडी खुराक है अमृत रस, वो सानू मिलनी शुरू हो जाती है। इन्ना साडा पिता अकाल पुरख वाहिगुरू दयालु कृपालु है। हुण संसार दे विच आपां कोई वस्त लैनी होवे, उहदे वास्ते सानू संसार दा क्रियाकर्म करना पैंदा है, सानू मेहनत करनी पैंदी है। इसे तरह हुण जे असीं आपदे घर दा सुख लेना है, ते सानू मेहनत करनी पैनी है कि सानू अभ्यास करना पैना है, संगत विच आउणा पैना है, अपनी मत छड्डनी पैनी है, गुरु की मत लैनी पैनी है। जिन्हों महाराज समझाउंदे, महाराज जी फरमाउंदे ने, कहंदे गुर की मत तू ले इयाने, भगत बिना बहुत डूबे सियाने। भी भगतां तो बिना, साधुआं तो बिना जिन्ने भी इस संसार दे विच सियाणे सी, वो सब डुब गए। वैसे तो सारा संसार सियाणा होके ही बैठा है अपनी मत लैके, पर महाराज फरमाउंदे, कहंदे भी जिहड़ी भगतां दी मत है, भगतां तो बिना सब डुब गए संसार दे विच, इस भाव सागर दे विच। जिहड़े भगत हुंदे ने अकाल पुरख जी दे साजे नमाजे संत साधु, वो फिर सानू ये भव सागर दे बेड़े विचों कढदे ने, ते साडे घर दीयां निशानियां दस के, घर दा रस्ता दस के, घर नूं जो रस्ता जांदा है ਉਹਦੇ ਵਿੱਚ जो रुकावटां आउंदियां वो भी दसदे ने भी ਤੁਹਾਡੇ घर ਦੇ ਵਿੱਚ ਜਾਂਦਿਆਂ ਹੋਇਆਂ ਤੁਹਾਨੂੰ ਰਸਤੇ ਵਿੱਚ ਇਹ ਰੁਕਾਵਟਾਂ ਆਉਣੀਆਂ ਨੇ।
ਤੇ ਉਸ ਰੁਕਾਵਟਾਂ ਦੇ ਵਿੱਚੋਂ ਕਿਸ ਤਰ੍ਹਾਂ ਤੁਸੀਂ ਪਾਰ ਲੰਘਣਾ ਹੈ ਤੇ ਪਾਰ ਲੰਘ ਕੇ ਕਿਸ ਤਰ੍ਹਾਂ ਆਪਦੇ ਘਰ ਦੇ ਵਿੱਚ ਆਉਣਾ ਜਾਣਾ ਕਰਕੇ ਉੱਥੇ ਬੈਠਣਾ ਹੈ। ਤੇ ਪਿਤਾ ਦੀ ਲਗਾਤਾਰ ਜੋ ਪਿਤਾ ਸਾਡੇ ਅਨਹਦ ਸ਼ਬਦਾਂ ਵਿੱਚ ਸਾਨੂੰ ਆਪਦੇ ਵਾਜੇ ਆਪਦੀ ਆਵਾਜ਼ ਸੁਣਾ ਰਹੇ ਨੇ, ਆਪਾਂ ਲਗਾਤਾਰ ਉੱਥੇ ਬੈਠ ਕੇ ਆਪਦੇ ਪਿਤਾ ਦੀ ਆਵਾਜ਼ ਨੂੰ ਸੁਣਨਾ ਹੈ। ਜਿਸ ਤਰ੍ਹਾਂ ਦਰਿਆਵੀ ਤੌਰ 'ਤੇ ਸਾਡਾ ਪਿਤਾ ਸਾਡੇ ਨਾਲ ਕੋਈ ਵਿਚਾਰ ਕਰਦਾ ਹੋਵੇ, ਅਸੀਂ ਬੜੇ ਗੌਰ ਦੇ ਨਾਲ ਸੁਣੀਦੀ ਹੈ। ਇਸੇ ਤਰ੍ਹਾਂ ਜਿਹੜੇ ਸੰਸਾਰ ਦੇ ਸਾਡੇ ਵਿਚਾਰ ਨੇ, ਇਹਨਾਂ ਨੂੰ ਬੰਦ ਕਰਕੇ ਅੱਗੇ ਆਪਾਂ ਨਿਜ ਮਹਿਲ ਵਿੱਚ ਪ੍ਰਵੇਸ਼ ਕਰਕੇ ਉੱਥੇ ਜਾ ਕੇ ਲਗਾਤਾਰ ਆਸਣ ਲਾਉਣਾ ਹੈ ਸ਼ਬਦ ਦੇ ਵਿੱਚ। ਜਦੋਂ ਸਾਡਾ ਆਸਣ ਲੱਗੇਗਾ ਉਦੋਂ ਜੋ ਸਾਡੇ ਪਿਤਾ ਦੀ ਆਵਾਜ਼ ਹੈ ਉਸ ਨੂੰ ਆਪਾਂ ਲਗਾਤਾਰ ਬੈਠ ਕੇ ਸੁਣਨਾ ਹੈ। ਫਿਰ ਸਾਨੂੰ ਉੱਥੇ ਸੁੱਖ ਪ੍ਰਾਪਤ ਹੁੰਦਾ ਹੈ। ਜਦੋਂ ਫਿਰ ਆਪਾਂ ਉੱਥੋਂ ਇਸ ਸੰਸਾਰ ਦੇ ਵਿੱਚ ਆਉਂਦੇ ਹਾਂ, ਜੇ ਸਾਨੂੰ ਸੰਸਾਰ ਦੇ ਵਿੱਚ ਜੁਗਤ ਨਹੀਂ ਹੈਗੀ ਤੇ ਇੱਥੇ ਸਾਡਾ ਮਨ ਆ ਕੇ ਦੁਖੀ ਹੁੰਦਾ ਹੈ। ਹੁਣ ਜਿਹੜੇ ਗੁਰਮੁਖ ਅਭਿਆਸੀ ਨੇ ਉਹਨਾਂ ਦੇ ਗੱਲ ਜ਼ਰੂਰ ਪਕੜ ਵਿੱਚ ਆਈ ਹੋਏਗੀ ਕਿ ਜਦੋਂ ਗੁਰਮੁਖ ਸਿਮਰਨ ਕਰਕੇ ਸਹਿਜ ਵਿੱਚ ਉਤਰ ਜਾਂਦੇ, ਸਹਿਜ ਸੁੰਨ ਘਾਟ, ਉੱਥੇ ਜਾ ਕੇ ਜਦੋਂ ਸ਼ਬਦ ਵਿੱਚ ਆਸਣ ਲਾਉਂਦੇ ਨੇ ਤੇ ਉੱਥੋਂ ਸਾਨੂੰ ਸਾਡਾ ਮਨ ਜਿਹੜਾ ਹੈ ਉੱਥੇ ਸੁੱਖ ਮਹਿਸੂਸ ਹੁੰਦਾ ਹੈ, ਕਿਉਂਕਿ ਸਾਡੇ ਘਰ ਦੇ ਵਿੱਚ ਤਾਂ ਕੋਈ ਦੁੱਖ ਹੀ ਨਹੀਂ। ਘਰ ਸੁੱਖ ਵਸਿਆ, ਉੱਥੇ ਸੁੱਖ ਹੀ ਸੁੱਖ ਹੈ, ਬਾਹਰ ਸੁੱਖ ਪਾਇਆ। ਹੁਣ ਬਾਹਰ ਜਿਹੜਾ ਸੰਸਾਰ ਹੈ, ਇੱਥੇ ਸੁੱਖ ਪਾਉਣ ਵਾਸਤੇ ਸਾਨੂੰ ਕੀ ਕਰਨਾ ਪੈਣਾ? ਗੁਰਮੰਤਰ ਦ੍ਰਿੜ ਕਰਨਾ ਪੈਣਾ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਹੁਣ ਇੱਥੇ ਅਸੀਂ ਗੁਰਮੰਤਰ ਦ੍ਰਿੜ ਕਰਨਾ ਹੈ। ਜੇ ਅਸੀਂ ਸੰਸਾਰ ਦੇ ਕੋਈ ਵੀ ਕਰਮ ਕਰਦੇ ਰਹੇ ਤੇ ਧਿਆਨ ਸਾਰਾ ਕਰਮ ਦੇ ਉੱਪਰ ਲਾ ਦਿੱਤਾ, ਗੁਰਮੰਤਰ ਦ੍ਰਿੜ ਨਹੀਂ ਕੀਤਾ ਤੇ ਮਨ ਫਸ ਜਾਂਦਾ ਹੈ। ਕਿਉਂਕਿ ਇਸ ਸੰਸਾਰ ਦੇ ਜੋ ਜਰਨੈਲ ਨੇ, ਉਹ ਕਾਲ ਹੈ, ਉਹਦੇ ਥਾਪੇ ਹੋਏ ਮਹਾਂ ਪੰਜ ਬਲੀ, ਜਿਨ੍ਹਾਂ ਨੇ ਸਾਨੂੰ ਸੱਚ ਦੇ ਮਾਰਗ ਤੇ ਨਹੀਂ ਚੱਲਣ ਦੇਣਾ। ਤੇ ਜਦੋਂ ਸਾਡੇ ਕੋਲ ਸਾਡਾ ਪਰਵਾਨਾ ਹੋਏਗਾ, ਸਾਡੇ ਕੋਲ ਸਾਡਾ ਹਥਿਆਰ ਹੋਏਗਾ ਵਾਹਿਗੁਰੂ ਸ਼ਬਦ, ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਕਿਤੇ ਵੀ ਦੂਰ ਨੇੜੇ ਜਾਣਾ ਹੋਵੇ, ਕਿਤੇ ਵੀ ਭਿਆਨਕ ਰਸਤੇ ਉੱਪਰ ਜਾਣਾ ਹੋਵੇ, ਆਪਾਂ ਹਥਿਆਰ ਲੈ ਕੇ ਜਾਂਦੇ ਹਾਂ ਵੀ ਰਸਤੇ ਵਿੱਚ ਸਾਨੂੰ ਕੋਈ ਲੁੱਟ ਨਾ ਲਵੇ। ਕਿਉਂਕਿ ਸਮੇਂ ਦੇ ਹਾਲਾਤ, ਸਮੇਂ ਦੀ ਜੋ ਪੈਰਵਾਈ ਹੈ, ਉਹਦੇ ਮੁਤਾਬਕ ਆਪਾਂ ਫਿਰ ਕਿਤੇ ਵੀ ਕੋਈ ਜੰਗਲ ਏਰੀਏ 'ਚ, ਕੋਈ ਜੀਆਬਾਨ ਏਰੀਏ 'ਚ ਜਾਣਾ ਹੋਵੇ, ਕੋਈ ਸਾਨੂੰ ਲੁੱਟ ਨਾ ਲਵੇ, ਹਥਿਆਰ ਲੈ ਕੇ ਜਾਂਦੇ ਤੇ ਪੂਰਾ ਸੁਚੇਤ ਹੋ ਕੇ ਚੱਲਦੇ। ਇਸੇ ਤਰ੍ਹਾਂ ਮਨ ਜੋ ਸਾਡਾ ਹੈ, ਉਹ ਆਪ ਦੇ ਨਿਜ ਘਰੋਂ ਜਦੋਂ ਆਉਂਦਾ ਹੈ ਇਸ ਸੰਸਾਰ ਦੇ ਵਿੱਚ, ਕਿਉਂਕਿ ਇਸ ਸੰਸਾਰ ਦੇ ਵਿੱਚ ਲਹਿਰਾਂ ਚੱਲਦੀਆਂ ਨੇ ਮਾਇਆ ਦੀਆਂ, ਲੋਭ ਦੀਆਂ। ਹੁਣ ਇਸ ਸੰਸਾਰ ਦੇ ਜਿਹੜੇ ਜਰਨੈਲ ਨੇ ਪੰਜ ਮਹਾਬਲੀ, ਇਹਨਾਂ ਨੇ ਇਸ ਮਨ ਨੂੰ ਭਰਮਾਉਣਾ ਹੈ, ਮਨ ਨੂੰ ਲੁੱਟਣਾ ਹੈ। ਪਰ ਜੇ ਸਾਡੇ ਕੋਲ ਸ਼ਬਦ ਦਾ ਆਸਰਾ ਹੋਏਗਾ, ਸ਼ਬਦ ਦਾ ਹਥਿਆਰ ਹੋਏਗਾ, ਤੇ ਆਪਾਂ ਨੂੰ ਫਿਰ ਇਹ ਅਟੈਕ ਨਹੀਂ ਕਰ ਸਕਦੇ। ਕਿਉਂਕਿ ਸ਼ਬਦ ਨੂੰ ਸੁਣ ਕੇ ਇਹ ਭੱਜ ਜਾਂਦੇ ਨੇ।
ਫਿਰ ਸਾਡਾ ਜਿਹੜਾ ਰੱਖਿਆ ਚੱਕਰ ਹੈ ਉਹ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਇਸ ਤਰੀਕੇ ਨਾਲ ਵਿਚਰਨਾ ਹੈ ਕਿ ਇਹ ਪੰਜ ਮਹਾਬਲੀ ਸਾਡੇ ਮਨ ਨੂੰ ਦਬਾ ਨਾ ਲੈਣ ਕਿਤੇ ਵੀ। ਇਹ ਪੰਜ ਮਹਾਬਲੀ ਸਾਡੇ ਮਨ ਨੂੰ ਲੁੱਟ ਨਾ ਲੈਣ ਕਿਤੇ। ਇਹ ਪੰਜ ਮਹਾਬਲੀ ਸਾਡਾ ਧਿਆਨ ਸੰਸਾਰ ਦੇ ਵਿੱਚ ਲਵਾ ਕੇ ਇਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਲੁੱਟ ਨਾ ਲੈਣ। ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਕਹਿੰਦੇ ਅਬ ਮਨ ਜਾਗਤ ਰੋ ਰੇ ਭਾਈ, ਗਾਫਰ ਹੋ ਕੇ ਜਨਮ ਗਵਾਇਆ, ਚੋਰ ਮੂਸੇ ਘਰ ਜਾਈ। ਕਹਿੰਦੇ ਵੀ ਹੁਣ ਜਾਗਦੇ ਰਹਿਣਾ ਆਪਾਂ, ਗਾਫਰ ਨਹੀਂ ਹੋਣਾ ਆਪਾਂ, ਸੌਣਾ ਨਹੀਂ ਸੰਸਾਰ ਦੇ ਵਿੱਚ, ਜਾਗਤ ਅਵਸਥਾ ਵਿੱਚ ਰਹਿਣਾ। ਜਾਗਤ ਅਵਸਥਾ ਵਿੱਚ ਆਪਾਂ ਤਾਂ ਰਹਿ ਸਕਦੇ ਹਾਂ ਜੇ ਸਾਡੇ ਕੋਲ ਵਾਹਿਗੁਰੂ ਨਾਮ ਦਾ ਜੇ ਆਸਰਾ ਹੈ, ਜੇ ਸਾਡੇ ਕੋਲ ਸ਼ਬਦ ਹੈ। ਕਿਉਂਕਿ ਜੇ ਆਪਾਂ ਸਿਮਰਨ ਕਰਾਂਗੇ ਸੰਸਾਰ ਦੇ ਵਿੱਚ ਤੇ ਸਾਡੇ ਉੱਤੇ ਮਾਇਆ ਨੇ ਅਸਰ ਨਹੀਂ ਕਰਨਾ। ਮਨ ਦੀ ਸਹਿਜ ਬਣੀ ਹੋਏਗੀ, ਮਨ ਆਪਦੇ ਘਰ ਬੈਠਾ ਰਹੇਗਾ ਕਿਉਂਕਿ ਸ਼ਬਦ ਦਾ ਆਸਰਾ ਹੋਏਗਾ। ਜਿਹਨੂੰ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਜੋ ਮੰਦਰ ਕੋ ਥਾਮੈ ਥਮਣ, ਤਹ ਗੁਰ ਕਾ ਸ਼ਬਦ ਮਣੇ ਇਸਤਮਣ। ਜਿੱਦਾਂ ਇੱਕ ਮੰਦਰ ਨੂੰ ਥੰਮ ਲਾ ਦਈਏ, ਆਪਾਂ ਘਰਾਂ ਦੇ ਵਿੱਚ ਦੇਖਦੇ ਆ ਵੀ ਕੋਈ ਥੰਮਲੇ ਲਾਏ ਨੇ ਲੈਂਟਰ ਨੂੰ ਸਪੋਰਟ, ਇਸੇ ਤਰ੍ਹਾਂ ਮਨ ਦੇ ਥੱਲੇ ਵਾਹਿਗੁਰੂ ਮੰਤਰ ਦਾ ਥੰਮਾ ਦੇ ਕੇ ਰੱਖਣਾ ਆਪਾਂ। ਮਹਾਰਾਜ ਸਮਝਾਉਂਦੇ, ਕਹਿੰਦੇ ਊਠਤ ਬੈਠਤ ਸੋਵਤ ਜਾਗਤ, ਗੁਰਮੰਤਰ ਹਿਰਦੇ ਚਿਤਾਰ। ਆਪਾਂ ਵਾਹਿਗੁਰੂ ਮੰਤਰ ਨੂੰ ਜਪੀ ਜਾਣਾ, ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ। ਕਿਉਂਕਿ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਚੱਲਤ ਬੈਠਤ ਸੋਵਤ ਜਾਗਤ, ਗੁਰਮੰਤਰ ਹਿਰਦੇ ਚਿਤਾਰ। ਕਿ ਭਾਈ ਤੁਸੀਂ ਗੁਰਮੰਤਰ ਦਾ ਜਾਪ ਨਾ ਛੱਡਿਓ। ਇਹ ਜਿਹੜੇ ਪੰਜ ਮਹਾਬਲੀ ਹੈ ਇਹ ਤੁਹਾਡੇ ਲਾਗੇ ਨਹੀਂ ਆਉਣਗੇ। ਫਿਰ ਤੁਹਾਡਾ ਮਨ ਵਿਚਾਰਾਂ 'ਚ ਨਹੀਂ ਜਾਏਗਾ, ਦੁਬਿਧਾ 'ਚ ਨਹੀਂ ਜਾਏਗਾ, ਈਰਖਾ ਨਫ਼ਰਤ ਵਿੱਚ ਨਹੀਂ ਜਾਏਗਾ, ਤੇ ਮਨ ਜਿਹੜਾ ਤੁਹਾਡਾ ਸਹਿਜ ਵਿੱਚ ਰਹੇਗਾ। ਹੁਣ ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਆਪਾਂ ਵਾਹਿਗੁਰੂ ਮੰਤਰ ਨੂੰ ਛੱਡਣਾ ਨਹੀਂ। ਜੋ ਸਤਿਗੁਰਾਂ ਦਾ ਉਪਦੇਸ਼ ਹੈ, ਮਹਾਰਾਜ ਸਾਨੂੰ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਨੇ। ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ। ਕਹਿੰਦੇ ਉਸ ਮਾਲਕ ਦੀ ਜੋ ਉਸਤਤ ਹੈ, ਆਪਣੇ ਪਿਤਾ ਵਾਹਿਗੁਰੂ ਦੀ ਜੋ ਉਸਤਤ ਹੈ, ਦਿਨ ਰਾਤ ਕਰੋ। ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਸਾਡੇ ਮਾਤਾ ਪਿਤਾ ਹੈ, ਅਸੀਂ ਆਪਣੇ ਮਾਤਾ ਪਿਤਾ ਦੇ ਗੁਣ ਹਰ ਇੱਕ ਨੂੰ ਦੱਸਦੇ ਨੇ ਕਿ ਸਾਡਾ ਪਿਤਾ ਇਸ ਤਰ੍ਹਾਂ ਦਾ ਹੈ, ਸਾਡੇ ਪਿਤਾ ਵਿੱਚ ਆਹ ਗੁਣ ਨੇ, ਸਾਡਾ ਪਿਤਾ ਸਾਨੂੰ ਹਰ ਇੱਕ ਚੀਜ਼ ਦੀ ਸਹੂਲਤ ਦੇ ਰਿਹਾ ਹੈ। ਇਸੇ ਤਰ੍ਹਾਂ ਜੋ ਸਾਡਾ ਅਕਾਲ ਪੁਰਖ ਵਾਹਿਗੁਰੂ ਪਿਤਾ ਹੈ, ਉਹਦੀ ਮਹਾਰਾਜ ਸਮਝਾਉਂਦੇ, ਕਹਿੰਦੇ ਉਸਤਤ ਕਰੋ ਦਿਨ ਰਾਤ। ਵੀ ਰਾਤ ਦਿਨ ਉਸ ਮਾਲਕ ਦੀ ਉਸਤਤ ਕਰੋ। ਤੇ ਇਸੇ ਕਰਕੇ ਜਦੋਂ ਤੁਸੀਂ ਆਪਣੇ ਪਿਤਾ ਦੀ ਉਸਤਤ ਕਰੋਗੇ, ਪਿਤਾ ਖੁਸ਼ ਹੋਏਗਾ। ਪਿਤਾ ਦੇ ਕਹਿਣੇ ਵਿੱਚ ਰਹੋਗੇ, ਪਿਤਾ ਖੁਸ਼ ਹੋਏਗਾ। ਤੇ ਪਿਤਾ ਫਿਰ ਜਦੋਂ ਖੁਸ਼ ਹੁੰਦਾ, ਆਪਣੇ ਬੱਚੇ ਨੂੰ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ। ਇਸੇ ਲਈ ਮਹਾਰਾਜ ਸਮਝਾਉਂਦੇ, ਕਹਿੰਦੇ ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ
ਉਦੋਂ ਆਪਾਂ ਬਾਹੀ ਸ਼ਬਦ ਉਚਾਰਨ ਕਰਨਾ ਹੈ। ਜਦੋਂ ਸਵਾਸ ਗਗਨ ਹੁੰਦਾ ਹੈ ਉਦੋਂ ਆਪਾਂ ਗੁਰੂ ਸ਼ਬਦ ਉਚਾਰਨ ਕਰਨਾ ਹੈ। ਜੋ ਸਾਡਾ ਧਿਆਨ ਹੈ ਨੇਤਰ ਬੰਦ ਕਰਕੇ ਇਸ ਧੁਨ ਦੇ ਉੱਪਰ ਧਿਆਨ ਰੱਖਣਾ ਹੈ। ਇਸ ਤਰ੍ਹਾਂ ਜਦੋਂ ਆਪਾਂ ਜਾਪ ਕਰਾਂਗੇ, ਜਿਹੜਾ ਸਾਡਾ ਮਨ ਹੈ ਇਹਨੂੰ ਜੋ ਸੰਸਾਰ ਦੀ ਮੈਲ ਲੱਗੀ ਹੋਈ ਹੈ ਉਹ ਉਤਰ ਜਾਏਗੀ ਤੇ ਮਨ ਸਾਫ਼ ਹੋ ਜਾਏਗਾ ਤੇ ਆਪ ਦੇ ਘਰ ਵੱਲ ਨੂੰ ਵੱਧਦਾ ਜਾਏਗਾ ਤੇ ਘਰ ਵਿੱਚ ਆਉਣਾ ਜਾਣਾ ਬਣਾ ਲਏਗਾ। ਕਿਉਂਕਿ ਪਿਆਰਿਓ, ਸਾਰਾ ਰਸਤਾ ਮਿਹਨਤ ਦਾ ਹੈ। ਜੇ ਆਪਾਂ ਮਿਹਨਤ ਨਹੀਂ ਕਰਦੇ, ਗੱਲਾਂ ਕਰੀ ਜਾਂਦੇ ਆ, ਮਹਾਰਾਜ ਸਮਝਾਉਂਦੇ ਕਹਿੰਦੇ ਗੱਲੀ ਜੋਗ ਨਾ ਹੋਈ। ਜਿੰਨੀਆਂ ਮਰਜ਼ੀ ਗੱਲਾਂ ਕਰੀ ਚਲੋ। ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਦਰਿਆਵੀ ਘਰ-ਬਾਰ ਬਣਾਉਂਦੇ ਹਾਂ, ਸੰਸਾਰ ਦੇ ਵਿੱਚ ਮਿਹਨਤ ਕਰਦੇ ਹਾਂ, ਇਸੇ ਤਰ੍ਹਾਂ ਜਿਹੜਾ ਸਾਡਾ ਦਰਿਆਵੀ ਘਰ ਹੁੰਦਾ, ਜਿੰਨੀ ਆਪਾਂ ਕੱਟੜੀ ਮਿਹਨਤ ਕਰਦੇ ਹਾਂ ਉਨਾ ਵਧੀਆ ਘਰ ਬਣਾ ਲੈਂਦੇ ਹਾਂ। ਹੁਣ ਜਿਹੜਾ ਸਾਡਾ ਅਸਲੀ ਘਰ ਹੈ, ਜਿੱਥੇ ਆਪਾਂ ਸਦਾ ਵਾਸਤੇ ਰਹਿਣਾ, ਉਹ ਤਾਂ ਬਣਿਆ ਹੀ ਹੋਇਆ ਹੈ। ਉਹ ਸਾਡੇ ਪਿਤਾ ਨੇ ਬਣਾਇਆ ਹੀ ਹੋਇਆ ਹੈ। ਪਰ ਆਪਾਂ ਹੁਣ ਉੱਥੇ ਤੱਕ ਪਹੁੰਚਣ ਵਾਸਤੇ ਮਿਹਨਤ ਕਰਨੀ ਹੈ ਤੇ ਸ਼ਬਦ ਗੁਰੂ ਦਾ ਆਸਰਾ ਲੈਣਾ ਹੈ ਤੇ ਜੋ ਗੁਰਬਾਣੀ ਗੁਰੂ ਦਾ ਉਪਦੇਸ਼ ਹੈ ਉਹਨੂੰ ਸੱਚ-ਸੱਚ ਕਰਕੇ ਮੰਨ ਕੇ ਆਪਾਂ ਚੱਲਣਾ ਹੈ। ਸੋ ਗੁਰਮੁਖ ਪਿਆਰਿਓ, ਇੰਨੇ ਕੁ ਵਿਚਾਰ ਕਰਦੇ, ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਨੇ। ਆਪ ਜੀ ਬਖਸ਼ਣ ਹਾਰਿਓ, ਸੰਗਤ ਗੁਰੂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ਣ ਹਾਰਿਓ, ਬਖਸ਼ ਦੇਣਾ ਜੀ। ਸੋ ਗੁਰਬਾਣੀ ਗੁਰੂ ਦੁਆਰਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਦਰਮਾਲਾ, ਜਿਨ੍ਹਾਂ ਨੇ ਸਾਨੂੰ ਇਹ ਭੇਜ ਦਿੱਤਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ